ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਟਾ ਅੱਜ ਆਪਾਂ ਪੜਾਂਗੇ ਸ਼ਬਦ ਕੋਸ਼ ਵਾਚਨ ਵਿਧੀ। ਸ਼ਬਦ ਕੋਸ਼ ਦਾ ਮਤਲਬ ਹੁੰਦਾ ਡਿਕਸ਼ਨਰੀ। ਜਿਵੇਂ ਅੰਗਰੇਜ਼ੀ ਦੇ ਸ਼ਬਦਾਂ ਦੇ ਅਰਥ ਜਿਹੜੇ ਅਸੀਂ ਡਿਕਸ਼ਨਰੀ ਚੋਂ ਲੱਭਦੇ ਹਾਂ, ਉਸੇ ਤਰੀਕੇ ਦੇ ਨਾਲ ਪੰਜਾਬੀ ਭਾਸ਼ਾ ਦੇ ਜਿਹੜੇ ਅਰਥ ਹੁੰਦੇ ਆ ਉਹਨਾਂ ਨੂੰ ਸ਼ਬਦ ਕੋਸ਼ ਵਿੱਚੋਂ ਲੱਭਿਆ ਜਾਂਦਾ। ਵੱਖ-ਵੱਖ ਵਿਦਵਾਨਾਂ ਨੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸ਼ਬਦ ਕੋਸ਼ ਲਿਖੇ ਆ। ਸੋ ਇਸ ਸ਼ਬਦ ਕੋਸ਼ ਦੀ ਮਦਦ ਦੇ ਨਾਲ ਹੀ ਪੰਜਾਬੀ ਦੇ ਵੀ ਔਖੇ ਸ਼ਬਦਾਂ ਦੇ ਅਰਥ ਜਿਹੜੇ ਉਹ ਚੰਗੇ ਤਰੀਕੇ ਨਾਲ ਸਮਝ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਵੇਖਦੇ ਹਾਂ ਕਿ ਸ਼ਬਦ ਕੋਸ਼ ਨੂੰ ਵਾਚਣ ਦੀ ਭਾਵ ਕਿ ਰੀਡ ਕਰਨ ਦੀ, ਪੜ੍ਹਨ ਦੀ, ਵੇਖਣ ਦੀ ਕੀ ਤਰਤੀਬ ਹੈ ਜਾਂ ਵਿਧੀ ਕੀ ਹੈ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਜਿਹੜੇ ਊੜਾ, ਐੜਾ, ਈੜੀ, ਸੱਸਾ, ਹਾਹਾ ਮਤਲਬ 35 ਅੱਖਰ ਆ, ਉਹਨਾਂ ਦੀ ਤਰਤੀਬ ਵੇਖਣੀ ਆ ਕਿ ਉਹ ਕਿਹੜੇ ਸਥਾਨ ਦੇ ਉੱਤੇ ਆਉਂਦੇ ਆ। ਉਸ ਤੋਂ ਬਾਅਦ ਲਗਾ ਮਾਤਰਾਵਾਂ ਵੇਖਣੀਆਂ ਕਿ ਕਿਹੜੀ ਲਗ ਲੱਗੀ ਹੈ, ਕਿਹੜੀ ਮਾਤਰਾ ਲੱਗੀ ਹੈ। ਦੈਨ ਫਿਰ ਵੇਖਣਾ ਕਿ ਲਗਾਖਰ ਜਿਹੜੇ ਉਹਨਾਂ ਦਾ ਸਥਾਨ ਕੀ ਹੈ, ਬਿੰਦੀ, ਟਿੱਪੀ, ਅੱਧਕ। ਸੋ ਸਭ ਤੋਂ ਪਹਿਲਾਂ 35 ਅੱਖਰਾਂ ਦੇ ਸਾਰੇ ਅੱਖਰਾਂ ਦੀ ਤਰਤੀਬ, ਫਿਰ ਲਗਾ ਮਾਤਰਾ, ਫਿਰ ਲਗਾਖਰ। ਹੁਣ ਕੋਸ਼ਿਕ ਜਿਹੜੇ ਆ ਦਿੱਤੇ ਹੋਏ ਆ ਕਿਤਾਬ ਦੇ ਵਿੱਚ ਕਿ ਕਿਹੜੇ ਕਿਹੜੇ ਸ਼ਬਦ ਆ ਅਤੇ ਉਹਨਾਂ ਨੂੰ ਕਿਹੜੀ ਤਰਤੀਬ ਦੇ ਅਨੁਸਾਰ ਲਿਖਣਾ ਹੈ। ਸਭ ਤੋਂ ਪਹਿਲਾਂ ਸਾਡੇ ਕੋਲ ਪੈਰਾ ਹੈਗਾ, ਉਹਦੇ ਵਿੱਚ ਸ਼ਬਦ ਆ ਉਦਾਸੀ, ਉੱਤਰ, ਅਹੰਕਾਰ, ਇੱਕੜ ਦੁੱਕੜ, ਅੱਕਣਾ, ਸਹਿਕਾਰੀ। ਦੂਸਰੀ ਸਾਈਡ ਦੇ ਉੱਤੇ ਵੇਖੋ ਕਿ ਸਭ ਤੋਂ ਪਹਿਲਾਂ ਤੇ ਦਿੱਤਾ ਹੋਇਆ ਉੱਤਰ। ਹੁਣ ਉੱਤਰ ਨੂੰ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਵਾ ਕਿ ਸ਼ਬਦ ਕੋਸ਼ ਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ। ਭਾਵ ਕਿ ਜਦੋਂ ਅਸੀਂ ਪੰਜਾਬੀ ਦੀ ਡਿਕਸ਼ਨਰੀ ਜਾਂ ਸ਼ਬਦ ਕੋਸ਼ ਵੇਖਦੇ ਹਾਂ ਤਾਂ ਉਹਦੇ ਵਿੱਚ ਉਦਾਸੀ ਸ਼ਬਦ ਪਹਿਲਾਂ ਨਹੀਂ ਆਇਆ ਹੋਊਗਾ, ਉੱਤਰ ਸ਼ਬਦ ਪਹਿਲਾਂ ਆਇਆ ਹੋਊ। ਹੁਣ ਉੱਤਰ ਦੇ ਵਿੱਚ ਇਹ ਵੇਖਣਾ ਕਿ ਉਦਾਸੀ 'ਚ ਵੀ ਊੜਾ ਤੋਂ ਸ਼ੁਰੂ ਹੁੰਦਾ ਅਤੇ ਉੱਤਰ ਵੀ ਊੜੇ ਤੋਂ ਸ਼ੁਰੂ ਹੁੰਦਾ। ਠੀਕ ਆ, ਊੜੇ ਨੂੰ ਵੀ ਔਂਕੜ ਲੱਗਾ ਅਤੇ ਉਦਾਸੀ ਨੂੰ ਵੀ ਔਂਕੜ ਲੱਗਾ। ਪਰ ਜਿਹੜਾ ਤੱਤਾ ਸ਼ਬਦ ਆ ਉਹ ਦੱਦੇ ਤੋਂ ਪਹਿਲਾਂ ਆਉਂਦਾ ਆ। ਤੱਤਾ, ਥੱਥਾ, ਦੱਦਾ। ਦੱਦੇ ਦਾ ਸਥਾਨ ਜਿਹੜਾ ਉਹ ਤੱਤੇ ਤੋਂ ਬਾਅਦ ਵਿੱਚ ਆਉਂਦਾ। ਇਸ ਕਰਕੇ ਜਿਹੜਾ ਦੂਸਰਾ ਅੱਖਰ ਆ ਜਦੋਂ ਉਹਦਾ ਸਥਾਨ ਪਹਿਲਾਂ ਆਉਂਦਾ ਤਾਂ ਫਿਰ ਉਹ ਅੱਖਰ ਜਿਹੜਾ ਪਹਿਲਾਂ ਆਊਗਾ ਡਿਕਸ਼ਨਰੀ ਵਿੱਚ ਜਾਂ ਸ਼ਬਦ ਕੋਸ਼ ਵਿੱਚ। ਠੀਕ ਆ, ਹੁਣ ਉੱਤਰ ਤੋਂ ਬਾਅਦ ਆ ਗਿਆ ਉਦਾਸੀ। ਠੀਕ, ਊੜੇ ਵਾਲੇ ਦੋਵੇਂ ਕਵਰ ਹੋ ਗਏ। ਫਿਰ ਹੈਗਾ ਐੜੇ ਵਾਲੇ, ਇੱਕ ਤੇ ਅਹੰਕਾਰ, ਦੂਸਰਾ ਹੈਗਾ ਅੱਕਣਾ। ਹੁਣ ਦੋਵਾਂ ਵਿੱਚੋਂ ਵੇਖੋ ਕਿ ਐੜਾ ਐੜਾ ਦੋਵਾਂ ਨਾਲ ਹੀ ਲੱਗਾ ਪਹਿਲਾਂ ਸਟਾਰਟ ਹੁੰਦਾ। ਸੈਕਿੰਡ ਵਨ ਅੱਖਰ ਜਿਹੜਾ ਉਹਦੀ ਤਰਤੀਬ ਵੇਖਣੀ ਕਿ ਉਸ ਊੜੇ ਐੜੇ ਦੇ ਵਿੱਚ ਕਿੰਨਵੇਂ ਸਥਾਨ 'ਤੇ ਆਉਂਦਾ, ਮਤਲਬ ਪਹਿਲਾਂ ਕਿਹੜਾ ਆਉਂਦਾ, ਹਾਹਾ ਆਉਂਦਾ ਕਿ ਕੱਕਾ ਆਉਂਦਾ। ਸੋ ਪਹਿਲਾ ਅੱਖਰ ਜਿਹੜਾ ਵਾ ਆਉਂਦਾ ਹਾਹਾ, ਸੱਸਾ, ਹਾਹਾ, ਕੱਕਾ ਫਿਰ ਆਉਂਦਾ। ਇਸ ਕਰਕੇ ਅਹੰਕਾਰ ਸ਼ਬਦ ਜਿਹੜਾ ਉਹ ਪਹਿਲਾਂ ਆਇਆ ਅਤੇ ਅੱਕਣਾ ਸ਼ਬਦ ਜਿਹੜਾ ਉਹ ਬਾਅਦ ਵਿੱਚ ਆਇਆ। ਇੱਕੜ ਦੁੱਕੜ ਜਿਹੜਾ ਉਹ ਸਾਨੂੰ ਪਤਾ ਹੀ ਆ ਕਿ ਊੜਾ, ਐੜਾ, ਐੜੇ ਤੋਂ ਬਾਅਦ ਈੜੀ ਆਉਣਾ ਅਤੇ ਈੜੀ ਵਾਲਾ ਇੱਕ ਹੀ ਸ਼ਬਦ, ਇਸ ਕਰਕੇ ਇਹਦੀ ਤਰਤੀਬ ਜਿਹੜੀ ਉਹ ਅੱਕਣਾ ਤੋਂ ਹੇਠਾਂ ਆ ਗਈ। ਉਸ ਤੋਂ ਬਾਅਦ ਈੜੀ ਤੋਂ ਬਾਅਦ ਆਉਂਦਾ ਡਿਕਸ਼ਨਰੀ ਦੇ ਤਰਤੀਬ ਦੇ ਵਿੱਚ ਸੱਸਾ ਸ਼ਬਦ, ਇਸ ਕਰਕੇ ਸਹਿਕਾਰੀ ਜਿਹੜਾ ਉਹ ਬਾਅਦ ਵਿੱਚ ਆਇਆ। ਦੂਸਰਾ ਪੈਰਾਗ੍ਰਾਫ ਸਾਡੇ ਕੋਲ ਹੈਗਾ, ਉਹਦੇ ਵਿੱਚ ਸ਼ਬਦ ਆ ਖਾਲਸਾ, ਘੁਮਿਆਰ, ਸਤਿਪੁਰਖ, ਗਦਰ, ਕੱਕਰ, ਕਸਰਤ। ਸਭ ਤੋਂ ਪਹਿਲਾਂ ਬੇਟਾ ਆਪਾਂ ਵੇਖਣਾ ਕਿ ਇਹਨਾਂ ਸਾਰੇ ਅੱਖਰਾਂ ਦੇ ਵਿੱਚੋਂ ਊੜੇ ਐੜੇ ਵਿੱਚ 35 ਅੱਖਰਾਂ 'ਚ ਪਹਿਲੇ ਸਥਾਨ ਦੇ ਉੱਤੇ ਕਿਹੜਾ ਅੱਖਰ ਆਉਂਦਾ, ਮਤਲਬ ਕਿ ਕਿਹਦੀ ਪੋਜੀਸ਼ਨ ਜਿਹੜੀ ਊੜੇ ਐੜੇ ਦੇ ਵਿੱਚ ਪਹਿਲਾਂ ਆਉਂਦੀ ਹੈ। ਇਹਨਾਂ ਸਾਰੇ ਅੱਖਰਾਂ ਨੂੰ ਵੇਖਣ ਤੋਂ ਬਾਅਦ ਪਤਾ ਲੱਗਾ ਕਿ ਊੜਾ, ਐੜਾ, ਈੜੀ, ਸੱਸਾ। ਸੱਸਾ ਸ਼ਬਦ ਜਿਹੜਾ ਉਹ ਸਭ ਤੋਂ ਪਹਿਲਾਂ ਆਉਂਦਾ, ਇਸ ਕਰਕੇ ਸੱਸੇ ਅੱਖਰ ਵਾਲਾ ਜਿਹੜਾ ਸ਼ਬਦ ਆ ਪੂਰੇ ਦਾ ਪੂਰਾ ਉਹ ਪਹਿਲੇ ਨੰਬਰ 'ਤੇ ਆ ਗਿਆ। ਸੱਸੇ ਤੋਂ ਬਾਅਦ ਵੇਖੋ ਸੱਸਾ, ਹਾਹਾ, ਕੱਕਾ। ਠੀਕ ਹੈ, ਕੱਕੇ ਵਾਲੇ ਹੁਣ ਸਾਡੇ ਕੋਲ 2 ਸ਼ਬਦ ਆ। ਹੁਣ ਜਦੋਂ 2 ਸ਼ਬਦ ਇੱਕੋ ਜਿਹੇ ਹੋ ਜਾਣ ਫਿਰ ਵੇਖੀਦਾ ਵਾ ਦੂਸਰਾ ਅੱਖਰ ਕਿ ਦੂਸਰੇ ਅੱਖਰ ਦੀ ਜਿਹੜੀ ਬਣਤਰ ਉਹ ਕਿਵੇਂ ਦੀ ਆ, ਉਹਦੀ ਪੋਜੀਸ਼ਨ ਜਿਹੜੀ ਉਹ ਕਿੱਥੇ ਆ। ਕੱਕਰ ਅਤੇ ਕਸਰਤ ਦੋਵੇਂ ਸਾਡੇ ਕੋਲ ਕੱਕੇ ਤੋਂ ਸਟਾਰਟ ਹੋਣ ਵਾਲੇ ਸ਼ਬਦ ਆ। ਠੀਕ ਆ, ਹੁਣ ਇਹਦਾ ਦੂਸਰਾ ਅੱਖਰ ਵੇਖੋ ਕੀ ਆ, ਸੱਸਾ ਆ ਅਤੇ ਇੱਕ ਦੇ ਵਿੱਚ ਕੱਕਾ ਆ। ਹੁਣ ਫਿਰ ਵੇਖਣੀ ਪੋਜੀਸ਼ਨ ਕਿ ਸੱਸਾ ਅੱਖਰ ਪਹਿਲਾਂ ਆਉਂਦਾ ਕਿ ਕੱਕਾ ਅੱਖਰ ਪਹਿਲਾਂ ਆਉਂਦਾ। ਸੱਸਾ ਸਾਡੇ ਕੋਲ ਪਹਿਲਾਂ ਆਇਆ, ਇਸ ਕਰਕੇ ਕਸਰਤ ਸ਼ਬਦ ਜਿਹੜਾ ਉੱਪਰ ਚਲੇ ਗਿਆ ਅਤੇ ਕੱਕਰ ਜਿਹੜਾ ਉਹ ਨੀਚੇ ਆ ਗਿਆ। ਇਸੇ ਤਰ੍ਹਾਂ ਹੀ ਅੱਗੇ ਇਹਨਾਂ ਨੇ ਦਿੱਤਾ ਵਾ ਖਾਲਸਾ। ਠੀਕ ਹੈ, ਕੱਕੇ ਤੋਂ ਬਾਅਦ ਅਗਲਾ ਅੱਖਰ ਖਾਲਸਾ ਆ, ਖੱਖਾ ਆ, ਇਸ ਕਰਕੇ ਖਾਲਸਾ ਸ਼ਬਦ ਉੱਪਰ ਆ ਗਿਆ। ਫਿਰ ਸਿੱਧਾ ਹੀ ਇਹਦਾ ਆਰਡਰ ਕਿ ਖੱਖੇ ਤੋਂ ਬਾਅਦ ਗੱਗਾ ਆਉਂਦਾ, ਗਦਰ ਆ ਗਿਆ, ਗੱਗੇ ਤੋਂ ਬਾਅਦ ਘੱਗਾ ਆਉਂਦਾ ਅਤੇ ਘੱਗੇ ਵਾਲਾ ਆ ਗਿਆ। ਤੀਸਰਾ ਸਾਡੇ ਕੋਲ ਹੈਗਾ ਬੇਟਾ, ਤੀਸਰੇ ਵਿੱਚ ਦਿੱਤੇ ਆ 4 ਮਗਜ਼, ਚਾਂਦਨੀ, ਚਾਸ਼ਨੀ, ਚਪੇੜ, ਚੰਬਲ, ਚੋਬਦਾਰ। ਹੁਣ ਵੇਖੋ ਕਿ ਇਹਨਾਂ ਸਾਰਿਆਂ ਦੀ ਸ਼ੁਰੂਆਤ ਜਿਹੜੀ ਉਹ ਚ ਸ਼ਬਦ ਤੋਂ ਹੁੰਦੀ ਆ। ਠੀਕ ਹੈ, ਚ ਅੱਖਰ ਤੋਂ ਹੁੰਦੀ ਹੈ। ਫਿਰ ਆਪਾਂ ਕਿਹੜੇ ਤਰੀਕੇ ਦੇ ਨਾਲ ਇਹਨਾਂ ਦਾ ਆਰਡਰ ਜਿਹੜਾ ਉਹ ਸ਼ਬਦਕੋਸ਼ ਵਿੱਚ ਵੇਖਾਂਗੇ। ਸਭ ਤੋਂ ਪਹਿਲਾਂ ਵੇਖਾਂਗੇ ਮੁਕਤਾ ਸ਼ਬਦ। ਮੁਕਤਾ ਮੀਨਸ ਕਿ ਜਿਹਦੇ ਨਾਲ ਕੋਈ ਵੀ ਲੱਗ ਜਾਂ ਮਾਤਰਾ ਨਹੀਂ ਲੱਗੀ।
ਹੁਣ ਇਹਨਾਂ ਵਿੱਚੋਂ ਸਾਰਿਆਂ ਦੇ ਵਿੱਚੋਂ ਵੇਖੋ ਕਿ ਮੁਕਤਾ ਜਿਹੜਾ ਵਾ ਸਿਰਫ ਉਹ ਸ਼ਬਦ ਹੈ ਜਿਹੜਾ ਚਿੱਚਾ, ਪੱਪੇ, ਲਾਂ, ਡਾੜਾ, ਚਪੇੜ, ਠੀਕ ਹੈ, ਇਸ ਕਰਕੇ ਇਹ ਪਹਿਲਾਂ ਆ ਗਿਆ। ਦੂਸਰੇ ਨੰਬਰ ਤੇ ਸਾਡੇ ਕੋਲ ਆ ਮੁਕਤੇ ਤੋਂ ਬਾਅਦ ਆਉਂਦਾ ਕੰਨਾ, ਠੀਕ ਹੈ। ਕੰਨੇ ਸ਼ਬਦ ਵਾਲੇ ਵੀ ਸਾਡੇ ਕੋਲ ਹੁਣ ਦੋ ਆ, ਇੱਕ ਚਾਂਦਨੀ ਆ, ਇੱਕ ਚਾਸ਼ਨੀ ਆ। ਹੁਣ ਦੂਸਰੇ ਨੰਬਰ ਵਾਲਾ ਆਰਡਰ ਵੇਖੋ, ਸੱਸੇ ਪੈਰ, ਬਿੰਦੀ ਤੇ ਦੱਦਾ, ਦੋਵਾਂ ਵਿੱਚੋਂ ਕਿਹੜਾ ਪਹਿਲਾਂ ਆਉਂਦਾ। ਇੱਥੇ ਇੱਕ ਚੀਜ਼ ਧਿਆਨ 'ਚ ਰੱਖਣੀ ਕਿ ਸੱਸੇ ਪੈਰ, ਬਿੰਦੀ ਜਾਂ ਬਿੰਦੀ ਵਾਲੇ ਜਿੰਨੇ ਵੀ ਅੱਖਰ ਆ ਨਾ, ਉਹਨਾਂ ਨੂੰ ਅਖੀਰ ਦੇ ਵਿੱਚ ਨਹੀਂ ਆਪਾਂ ਵੇਖਣਾ, ਉਹਨਾਂ ਨੂੰ ਜਿੱਥੇ ਇਹਨਾਂ ਦਾ ਅਸਲ ਦੇ ਵਿੱਚ ਆਰਡਰ ਆਉਂਦਾ ਨਾ, ਉਸੇ ਸਥਾਨ ਦੇ ਉੱਤੇ ਹੀ ਰੱਖ ਕੇ ਵੇਖਣਾ। ਭਾਵ ਕਿ ਜੇ ਸੱਸਾ ਚੌਥੇ ਸਥਾਨ 'ਤੇ ਆ ਤੇ ਸੱਸੇ ਪੈਰ, ਬਿੰਦੀ ਨੂੰ ਵੀ ਚੌਥਾ ਸਥਾਨ ਹੀ ਮੰਨ ਕੇ ਜਿਹੜਾ ਉਹ ਦੱਸਣਾ ਹੈ। ਇਸ ਕਰਕੇ ਚਾਸ਼ਨੀ ਪਹਿਲਾਂ ਆ ਗਿਆ ਕਿਉਂਕਿ ਸੱਸਾ ਪਹਿਲਾਂ ਆਉਂਦਾ, ਦੱਦਾ ਬਾਅਦ ਵਿੱਚ ਆਉਂਦਾ ਤੇ ਚਾਂਦਨੀ ਸ਼ਬਦ ਜਿਹੜਾ ਉਹ ਬਾਅਦ ਵਿੱਚ ਆਇਆ। ਨੈਕਸਟ ਹੈਗਾ ਫਿਰ ਅੱਗੇ ਕੰਨੇ ਵਾਲੇ ਅੱਖਰ ਆ 4, ਰਾਰੇ ਦਾ ਚਿੱਚੇ ਕੰਨਾ ਚਾਸ਼ਨੀ, ਚਿੱਚੇ ਕੰਨਾ ਹੀ ਚਾਂਦਨੀ ਹੀ, ਚਿੱਚੇ ਕੰਨਾ ਹੀ 4 ਆ, ਪਰ ਸੱਸਾ ਪਹਿਲਾਂ ਆਇਆ ਹੀ ਇਸ ਕਰਕੇ ਉੱਪਰ ਚਲੇ ਗਿਆ, ਦੱਦਾ ਬਾਅਦ ਵਿੱਚ ਆਇਆ, ਚਾਂਦਨੀ ਦੂਜੇ ਨੰਬਰ 'ਤੇ ਚਲੇ ਗਿਆ, ਰਾਰਾ ਉਸ ਤੋਂ ਵੀ ਬਾਅਦ ਵਿੱਚ ਆਉਂਦਾ ਆ ਉੜਿਆੜੇ ਵਿੱਚ, ਇਸ ਕਰਕੇ 4 ਮਗਜ਼ ਜਿਹੜੇ ਉਹ ਅਖੀਰ ਦੇ ਉੱਤੇ ਆ ਗਏ। ਫਿਰ ਸਾਡੇ ਕੋਲ ਆ ਲਗਾਖਰਾਂ ਵਾਲੇ ਸ਼ਬਦ ਚੰਬਲ, ਠੀਕ ਹੈ। ਚੰਬਲ ਤੇ ਚੋਬਦਾਰ ਦੋਵਾਂ ਹੀ ਸ਼ਬਦਾਂ ਦੇ ਵਿੱਚ ਜਿਹੜਾ ਵਾ ਦੋਵੇਂ ਸ਼ਬਦ ਸੇਮ ਆ, ਚਿੱਚਾ ਵੀ ਤੇ ਬੱਬਾ ਵੀ। ਇਸੇ ਤਰੀਕੇ ਦੇ ਨਾਲ ਹੁਣ ਫਿਰ ਜਿਹੜਾ ਹੈਗਾ ਚੰਬਲ, ਉਹਨੂੰ ਅਸੀਂ ਮੁਕਤੇ ਵਿੱਚ ਹੀ ਗਿਣ ਲਿਆ, ਇਸ ਕਰਕੇ ਉਹ ਪਹਿਲਾਂ ਆ ਗਿਆ। ਲਗਾ ਮਾਤਰਾ ਵਾਲਾ ਸ਼ਬਦ ਜਿਹੜਾ ਉਹ ਅਖੀਰ ਦੇ ਉੱਤੇ ਚਲੇ ਗਿਆ, ਠੀਕ ਆ, ਇਸ ਕਰਕੇ ਉਹਨੂੰ ਅਸੀਂ ਲਾਸਟ ਦੇ ਉੱਤੇ ਰੱਖ ਦਿੱਤਾ। ਸੋ ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਵਾ ਸ਼ਬਦ ਕੋਸ਼ ਦੇ ਵਿੱਚੋਂ ਵੱਖ-ਵੱਖ ਜਿਹੜੇ ਸ਼ਬਦ ਆ ਉਹਨਾਂ ਨੂੰ ਵੇਖ ਕੇ ਤੇ ਉਹਨਾਂ ਦੇ ਅਰਥਾਂ ਤੱਕ ਆਸਾਨੀ ਨਾਲ ਪਹੁੰਚ ਸਕਦੇ।